इस गल बारे अजकल फिर बड़े जोर शोर नाल चर्चा छिड़ी हुई है कि भारत का लोकतंत्र खतरे विच है। ਭਾਰਤ ਦੇ ਲੋਕਤੰਤਰ ਨਾਲ ਲੋਕਾਂ ਨੂੰ ਜੋੜਨ ਲਈ ਤਰ੍ਹਾਂ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇੱਕ ਪਾਸੇ ਦੀਆਂ ਕੋਸ਼ਿਸ਼ਾਂ ਨੂੰ ਰਾਸ਼ਟਰਵਾਦੀ ਕੋਸ਼ਿਸ਼ਾਂ ਕਿਹਾ ਜਾ ਰਿਹਾ ਹੈ ਤੇ ਉਸ ਦੇ ਇਵਜ ਵਜੋਂ ਜਾਂ ਆਪਣੇ ਆਪ ਨੂੰ ਰਾਸ਼ਟਰਵਾਦੀ ਕਹਾਉਣ ਲਈ ਇਹ ਕਿਹਾ ਜਾ ਰਿਹਾ ਹੈ ਕਿ ਸਾਰੇ ਲੋਕ ਆਪਣੇ ਘਰ ਦੇ ਉੱਪਰ ਤਿਰੰਗਾ ਝੰਡਾ ਲਗਾਉਣਗੇ ਤੇ ਇਸ ਦੇ ਨਾਲ ਹੀ ਇੱਕ ਵੱਖਰੀ ਕਿਸਮ ਦੀ ਕੰਟਰੋਵਰਸੀ ਪੰਜਾਬ ਦੇ ਵਿੱਚ ਇੱਕ ਧਿਰ ਵੱਲੋਂ ਸ਼ੁਰੂ ਕੀਤੀ ਗਈ ਹੈ ਕਿ ਉਹ ਉਸ ਦਿਨ ਪੰਜਾਬ ਦਾ ਕੇਸਰੀ ਨਿਸ਼ਾਨ ਆਪਣੇ ਘਰਾਂ ਉੱਤੇ ਲਗਾਉਣ। ਇਹ ਦੋਵੇਂ ਚੀਜ਼ਾਂ ਨੂੰ ਲੈ ਕੇ ਵੱਖ-ਵੱਖ ਮੀਡੀਆ ਚੈਨਲਾਂ ਦੀ ਡਿਬੇਟ ਵਿੱਚ ਕਾਫੀ ਖਿੱਚੋਤਾਣ ਦੇਖਣ ਨੂੰ ਮਿਲੀ ਹੈ। ਇਸ ਦੇ ਆਧਾਰ ਤੇ ਇਸ ਗੱਲ ਨੂੰ ਬਹੁਤ ਪਿੱਛੇ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਤੇ ਇਸ ਨੂੰ ਹਿੰਦੂ ਸਿੱਖ ਦੀ ਆਪਸੀ ਦਰਾਰ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ, ਕਿਤੇ ਇਹ ਵੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕ ਝੰਡਾ ਨਹੀਂ ਲਾਉਣਗੇ ਉਹ ਰਾਸ਼ਟਰਵਾਦੀ ਨਹੀਂ। ਇਸ ਦੀ ਪਿੱਠਭੂਮੀ ਵਿੱਚ ਜਾਣਾ ਜ਼ਰੂਰੀ ਹੈ, ਇਸ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ। ਅਸੀਂ ਜਦੋਂ ਇੱਕੋ ਮੁਲਕ ਵਿੱਚ ਰਹਿ ਰਹੇ ਹਾਂ, ਉਸ ਮੁਲਕ ਦੇ ਸੰਵਿਧਾਨ ਮੁਤਾਬਕ ਸਾਡੀਆਂ ਸਾਰੀਆਂ ਸੰਸਥਾਵਾਂ ਚੱਲ ਰਹੀਆਂ ਹਨ, ਤਾਂ ਵਾਰ-ਵਾਰ ਕੀ ਕਾਰਨ ਹੈ ਕਿ ਇਹ ਦੱਸਣਾ ਪੈਂਦਾ ਹੈ ਕਿ ਅਸੀਂ ਰਾਸ਼ਟਰਵਾਦੀ ਹਾਂ, ਜਾਂ ਦੇਖਦੇ ਹੀ ਦੇਖਦੇ ਕੁਝ ਨਵੇਂ ਰਾਸ਼ਟਰਵਾਦੀ ਵੀ ਪੈਦਾ ਹੋ ਰਹੇ ਹਨ ਜੋ ਛੋਟੇ-ਛੋਟੇ ਨਿਸ਼ਾਨਾਂ ਨੂੰ ਲੈ ਕੇ ਬਹੁਤ ਵੱਡੇ ਇਤਿਹਾਸਕ ਹਵਾਲੇ ਵਰਤ ਕੇ ਉਹਨਾਂ ਨੂੰ ਜਾਂ ਤਾਂ ਝੂਠਾ ਸਿੱਧ ਕਰਨ ਲੱਗੇ ਹੋਏ ਹਨ ਜਾਂ ਉਹਨਾਂ ਉੱਪਰ ਨਵੇਂ ਤਰਕ ਅਤੇ ਨਵੀਂ ਦਲੀਲ ਸਿਰਜ ਕੇ ਉਹਨਾਂ ਨੂੰ ਗੈਰ ਰਾਸ਼ਟਰਵਾਦੀ ਬਣਾਉਣ ਵਿੱਚ ਤੁਲੇ ਹੋਏ ਹਨ। ਮੈਂ ਇਹ ਗੱਲ ਇਸ ਕਰਕੇ ਕਰ ਰਿਹਾ ਹਾਂ ਕਿ ਬਹੁਤ ਸਾਰੀਆਂ ਥਾਵਾਂ ਤੋਂ ਇਸ ਕਿਸਮ ਦੀ ਗੱਲ ਸੁਣਨ ਨੂੰ ਮਿਲੀ ਜਿਵੇਂ ਸਾਰੇ ਸਿੱਖਾਂ ਨੂੰ ਗੈਰ ਰਾਸ਼ਟਰਵਾਦੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ। ਬੜੀ ਸਪਸ਼ਟ ਗੱਲ ਹੈ ਕਿ ਕੇਸਰੀ ਨਿਸ਼ਾਨ ਹੈ ਜੋ ਉਹ ਸਿੱਖੀ ਦਾ ਨਿਸ਼ਾਨ ਉਸ ਤਰ੍ਹਾਂ ਹੀ ਹੈ ਜਿਵੇਂ ਇੱਕ ਕੇਸਰੀ ਨਿਸ਼ਾਨ ਹਿੰਦੂ ਭਾਈਚਾਰੇ ਦੇ ਮੰਦਰਾਂ ਉੱਪਰ ਲਗਾਇਆ ਜਾਂਦਾ ਹੈ ਜਾਂ ਚਿੱਟੇ ਕੱਪੜੇ ਦਾ ਨਿਸ਼ਾਨ ਬਹੁਤ ਸਾਰੀਆਂ ਹੋਰ ਧਾਰਮਿਕ ਸੰਸਥਾਵਾਂ ਉੱਪਰ ਲਗਾਇਆ ਜਾਂਦਾ ਹੈ ਜਾਂ ਵੱਖ-ਵੱਖ ਹੋਰ ਸੰਸਥਾਵਾਂ ਦਾ ਨਿਸ਼ਾਨ ਉਹਨਾਂ ਦੇ ਧਾਰਮਿਕ ਜਾਂ ਸਮਾਜਿਕ ਸਥਾਨਾਂ ਤੇ ਲਗਾਇਆ ਜਾਂਦਾ ਹੈ। ਇੱਥੋਂ ਤੱਕ ਕਿ ਬਹੁਤ ਸਾਰੇ ਜਿਹੜੇ ਕਾਲਜ ਯੂਨੀਵਰਸਿਟੀਆਂ ਹਨ ਉਹਨਾਂ ਦੇ ਹਿੰਦੁਸਤਾਨ ਦੇ ਵਿੱਚ ਵੀ ਆਪਣੇ ਆਪਣੇ ਐਂਬਲਮ ਤੇ ਆਪਣੇ ਆਪਣੇ ਛੋਟੇ-ਛੋਟੇ ਫਲੈਗ ਬਣੇ ਹੋਏ ਹਨ। ਜੇਕਰ ਕੋਈ ਉਸ ਫਲੈਗ ਨੂੰ ਲਗਾਉਂਦਾ ਹੈ ਤਾਂ ਇਹਦਾ ਮਤਲਬ ਇਹ ਕਦਾਚਿਤ ਨਹੀਂ ਕਿ ਉਹ ਵਿਅਕਤੀ ਰਾਸ਼ਟਰਵਾਦੀ ਨਹੀਂ। ਹਾਂ, ਰਾਸ਼ਟਰ ਦਾ ਅਪਮਾਨ ਕਰਨਾ, ਰਾਸ਼ਟਰੀ ਝੰਡੇ ਦਾ ਅਪਮਾਨ ਕਰਨਾ ਇਹ ਗੈਰ ਵਾਜਬ ਗੱਲ ਹੈ, ਗੈਰ ਤਰਕਸੰਗਤ ਹੈ। ਇਸ ਨੂੰ ਹਰ ਵਿਅਕਤੀ ਸਨਮਾਨ ਦਿੰਦਾ ਹੈ, ਪਰ ਇਸ ਨੂੰ ਰਿਡਿਊਸ ਕਰਕੇ ਇਸ ਦੇ ਆਧਾਰ ਤੇ ਰਾਜਨੀਤੀ ਕਰਨਾ, ਇਸ ਦੇ ਆਧਾਰ ਤੇ ਲੋਕਾਂ ਨੂੰ ਇੱਕ ਕਾਰਨਰ ਵਿੱਚ ਧੱਕਣਾ, ਇਸ ਦੇ ਆਧਾਰ ਤੇ ਲੋਕਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰਨੀ ਕਿ ਜੋ ਵਿਅਕਤੀ ਇਸ ਨੂੰ ਇਨਮਿਨ ਰੂਪ ਦੇ ਵਿੱਚ ਨਹੀਂ ਮੰਨੇਗਾ ਉਹ ਰਾਸ਼ਟਰਵਾਦੀ ਨਹੀਂ ਹੈ, ਜੋ ਮੰਨੇਗਾ ਉਹ ਰਾਸ਼ਟਰਵਾਦੀ ਹੈ। ਇਸ ਦੇ ਨਾਲ ਵਾਪਰ ਕੀ ਰਿਹਾ ਹੈ ਕਿ ਬਹੁਤ ਸਾਰੇ ਸ਼ਰਾਰਤੀ ਤੱਤ ਇਸ ਰਾਸ਼ਟਰਵਾਦ ਦੀ ਆੜ ਦੇ ਵਿੱਚ ਆਪਣੇ ਆਪ ਨੂੰ ਰਾਸ਼ਟਰਵਾਦੀ ਘੋਸ਼ਿਤ ਕਰਨ ਵਿੱਚ ਲੱਗੇ ਰਹਿੰਦੇ ਹਨ ਤੇ ਉਹ ਪੁਰਾਣੀਆਂ ਇਤਿਹਾਸਕ ਕੁਰਬਾਨੀਆਂ ਜੋ ਦਿੱਤੀਆਂ ਗਈਆਂ ਹਨ ਇੱਕ ਛੋਟੇ ਕਾਰਨ ਰਾਹੀਂ ਜਾਂ ਇੱਕ ਛੋਟੇ ਬਿੰਬ ਰਾਹੀਂ ਉਹਨਾਂ ਸਾਰਿਆਂ ਨੂੰ ਮਿੱਟੀ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰਦੇ ਹਨ। ਮੈਂ ਆਪਣੀ ਗੱਲ ਪੰਜਾਬ ਦੇ ਇਤਿਹਾਸ ਤੋਂ ਸ਼ੁਰੂ ਕਰਾਂ ਤਾਂ ਸ਼ਾਇਦ ਪੰਜਾਬ ਹਿੰਦੁਸਤਾਨ ਦਾ ਵਾਹਦ ਐਸਾ ਸੂਬਾ ਹੈ ਜਿਸ ਨੇ ਦੇਸ਼ ਦੀ ਆਜ਼ਾਦੀ ਵਿੱਚ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ। ਭਾਵੇਂ ਅਸੀਂ ਸੁਭਾਸ਼ ਚੰਦਰ ਬੋਸ ਦੁਆਰਾ ਸ਼ੁਰੂ ਕੀਤੀ ਗਈ ਆਜ਼ਾਦ ਹਿੰਦ ਫੌਜ ਦੀ ਗੱਲ ਕਰੀਏ, ਉਸ ਦੇ ਵਿੱਚ ਕਿੰਨੇ ਪੰਜਾਬੀ ਆਜ਼ਾਦ ਹਿੰਦ ਫੌਜ ਦਾ ਹਿੱਸਾ ਸਨ। ਉਸ ਤੋਂ ਥੋੜਾ ਜਿਹਾ ਹੋਰ ਪਿੱਛੇ ਜਾਈਏ, ਜਦੋਂ ਹਿੰਦੁਸਤਾਨ ਦੇ ਵਿੱਚ ਮੁਗਲਾਂ ਦਾ ਰਾਜ ਸੀ ਤਾਂ ਸਭ ਤੋਂ ਪਹਿਲਾਂ ਤਲਵਾਰ ਚੱਕਣ ਵਾਲੇ ਪੰਜਾਬੀ ਹੀ ਸਨ। ਉਹ ਪੰਜਾਬ ਦੀ ਧਰਤੀ ਦੇ ਵਸਿੰਦੇ ਜਿਨ੍ਹਾਂ ਦੇ ਵਿੱਚੋਂ ਬਹੁਤਿਆਂ ਨੇ ਅੰਮ੍ਰਿਤਪਾਨ ਕਰਕੇ ਆਪਣੇ ਆਪ ਨੂੰ ਸਿੱਖੀ ਸੰਪਰਦਾਇ, ਸਿੱਖੀ ਪਰੰਪਰਾ ਜਾਂ ਸਿੱਖ ਕੌਮ ਦੇ ਵਿੱਚ ਤਬਦੀਲ ਕਰ ਲਿਆ ਸੀ, ਉਹ ਸਨ। ਉਹਨਾਂ ਸਾਰਿਆਂ ਨੇ ਲੜਾਈ ਕਿਸੇ ਇੱਕ ਵਿਸ਼ੇਸ਼ ਕੌਮ, ਮਜ਼ਹਬ ਜਾਂ ਧਰਮ ਨਾਲ ਨਹੀਂ ਕੀਤੀ। ਉਹਨਾਂ ਨੇ ਲੜਾਈ ਹਮੇਸ਼ਾ ਜ਼ੁਲਮ ਦੇ ਖਿਲਾਫ ਕੀਤੀ। ਇਸ ਗੱਲ ਦੀ ਗਵਾਹੀ, ਇਸ ਗੱਲ ਦੀ ਤਸਦੀਕ ਕਰਨ ਵਾਲਾ ਸਭ ਤੋਂ ਪ੍ਰਮਾਣਿਕ ਦਸਤਾਵੇਜ਼ ਜੋ ਇਤਿਹਾਸ ਦੇ ਵਿੱਚ ਅੱਜ ਵੀ ਉਪਲਬਧ ਹੈ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਜ਼ਫਰਨਾਮਾ ਹੈ। ਜੇਕਰ ਤੁਸੀਂ ਉਸ ਜ਼ਫਰਨਾਮੇ ਨੂੰ ਦੇਖੋਗੇ ਤਾਂ ਇਹ ਉਸ ਸਮੇਂ ਦੇ ਵਿੱਚ
ਜਿਹੜਾ ਲੋਕਤੰਤਰ ਅੱਜ ਅਸੀਂ ਖਤਰੇ ਵਿੱਚ ਕਹਿਣੇ ਆ, ਜਿਸ ਰਾਸ਼ਟਰਵਾਦ ਦੀ ਅੱਜ ਅਸੀਂ ਗੱਲ ਕਰਦੇ ਆਂ, ਉਸ ਕਿਸਮ ਦਾ ਜਨਤਾ ਦਾ ਲੋਕਤੰਤਰ ਬਚਾਉਣ ਲਈ, ਉਸ ਸਮੇਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਕੁਚਲ ਤੋਂ ਬਚਾਉਣ ਲਈ, ਉਸ ਸਮੇਂ ਲੋਕਾਂ ਦੇ ਧਰਮ ਦੇ ਵਿਨਾਸ਼ ਨੂੰ ਰੋਕਣ ਲਈ ਉਹਨਾਂ ਨੇ ਉਸ ਸਮੇਂ ਦੇ ਸਭ ਤੋਂ ਵੱਡੇ ਹਾਕਮ, ਜਦੋਂ ਕਿ ਨਾ ਸੰਵਿਧਾਨ ਸੀ, ਨਾ ਕਾਨੂੰਨ ਸੀ, ਨਾ ਅਪੀਲ ਸੀ, ਨਾ ਦਲੀਲ ਸੀ, ਦੂਸਰੇ ਧਰਮ ਦੇ ਹਾਕਮ ਨੂੰ ਉਹਨਾਂ ਨੇ ਅਪੀਲ ਕੀਤੀ, ਆਪਣਾ ਜੋ ਉਹਨਾਂ ਦਾ ਮਨ ਦੇ ਵਿੱਚ ਮਨਸ਼ਾ ਸੀ ਜ਼ਾਹਰ ਕੀਤਾ, ਤੇ ਉਹ ਨਿੱਠ ਕੇ ਡਟ ਕੇ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਉਹਨਾਂ ਸਾਰੇ ਪੱਖਾਂ ਦਾ ਵਿਰੋਧ ਕਰਾਂਗੇ ਜੋ ਆਮ ਜਨਤਾ ਦੇ ਹੱਕ ਵਿੱਚ ਨਹੀਂ ਹੈ। ਉਸ ਤੋਂ ਬਾਅਦ ਅਸੀਂ ਲਗਾਤਾਰ ਦੇਖਦੇ ਰਹੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਸ ਪ੍ਰਕਾਰ ਬਹੁਤ ਥੋੜੀ ਗਿਣਤੀ ਦੇ ਵਿੱਚ ਉਸ ਦੇ ਵਿੱਚ ਸਿੱਖ ਭਾਈਚਾਰੇ ਦੇ ਲੋਕ ਸਨ, ਪਰੰਤੂ ਇਸ ਦੇ ਬਾਵਜੂਦ ਵੀ ਉਹ ਇੱਕ ਸੈਕੂਲਰ ਢਾਂਚਾ ਸੀ, ਇੱਕ ਮਾਡਰਨ ਢਾਂਚਾ ਸੀ, ਸੰਕੀਰਨ ਲੀਹਾਂ ਤੋਂ ਬਾਹਰ ਸੀ। ਉੱਥੇ ਕਿਸੇ ਨੂੰ ਵੀ ਇਸ ਪ੍ਰਕਾਰ ਦਾ ਇਮਤਿਹਾਨ ਨਹੀਂ ਦੇਣਾ ਪੈਂਦਾ ਸੀ ਕਿ ਕੌਣ ਰਾਸ਼ਟਰਵਾਦੀ ਹੈ ਜਾਂ ਕੌਣ ਰਾਸ਼ਟਰਵਾਦੀ ਨਹੀਂ। ਉੱਥੇ ਸਾਰੇ ਵਿਅਕਤੀਆਂ ਨੂੰ ਪੂਰਨ ਤੌਰ ਤੇ ਸਹਿ ਹੋਂਦ ਵਿੱਚ ਰਹਿਣ ਦਾ ਹੱਕ ਹਾਸਲ ਸੀ। ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਪੂਜਾ ਪੱਧਤੀ ਦੀ ਆਜ਼ਾਦੀ ਸੀ। ਕਿਸੇ ਦੇ ਵਿਸ਼ੇਸ਼ ਧਰਮ ਵਿੱਚ ਦਖਲ ਦੇਣ ਦੀ ਸਰਕਾਰ ਵੱਲੋਂ ਕੋਈ ਪੁਖਤਾ ਜਾਣਕਾਰੀ ਨਹੀਂ ਮਿਲਦੀ। ਹਿੰਦੂ, ਸਿੱਖ, ਇੱਥੋਂ ਤੱਕ ਕਿ ਬਾਹਰੀ ਲੋਕ ਜਿਨ੍ਹਾਂ ਨੂੰ ਅਸੀਂ ਕ੍ਰਿਸਚੀਅਨ ਕਹਿੰਦੇ ਆ ਜਾਂ ਅੰਗਰੇਜ਼ ਕਹੇ ਜਾਂਦੇ ਆ, ਉਹ ਵੀ ਉਹਨਾਂ ਦੀ ਫੌਜ ਦੇ ਵਿੱਚ ਉੱਚੇ ਅਹੁਦਿਆਂ ਤੇ ਮੌਜੂਦ ਸਨ। ਮੁਸਲਮਾਨ ਵੀ ਉੱਚੇ ਅਹੁਦਿਆਂ ਤੇ ਸਨ, ਹਿੰਦੂ ਵੀ ਉੱਚੇ ਅਹੁਦਿਆਂ ਤੇ ਸਨ, ਸਿੱਖ ਵੀ ਬਹੁਤ ਸਾਰੇ ਜਰਨੈਲ ਸਨ। ਬੜੀ ਸਹਿ ਹੋਣ ਦੇ ਨਾਲ ਉਸ ਸਮੇਂ ਸਾਡਾ ਜਿਹੜਾ ਇਹ ਖਿੱਤਾ ਹੈ ਇਹ ਚੱਲ ਰਿਹਾ ਸੀ। ਉਸ ਤੋਂ ਬਾਅਦ ਅਸੀਂ ਗੱਲ ਦੇਸ਼ ਦੀ ਆਜ਼ਾਦੀ ਦੀ ਕਰੀਏ ਤਾਂ ਜਦੋਂ ਗਦਰ ਪਾਰਟੀ ਵੇਲੇ ਦੇਸ਼ ਦੀ ਆਜ਼ਾਦੀ ਸਮੇਂ ਗਦਰੀ ਲੋਕਾਂ ਨੇ ਆਪਣਾ ਸੰਘਰਸ਼ ਸ਼ੁਰੂ ਕੀਤਾ ਤਾਂ ਜਿੱਥੇ ਉਹ ਇੱਕ ਪਾਸੇ ਰਾਸ਼ਟਰ ਲਈ, ਰਾਸ਼ਟਰ ਦੀ ਆਜ਼ਾਦੀ ਲਈ ਲੜ ਰਹੇ ਸਨ, ਤਾਂ ਨਾਲ ਹੀ ਨਾਲ ਉਹਨਾਂ ਦਾ ਧਾਰਮਿਕ ਅਕੀਦਾ, ਉਹਨਾਂ ਦੀ ਪਗੜੀ, ਦਸਤਾਰ ਅਤੇ ਕਕਾਰ ਉਹਨਾਂ ਦੇ ਨਾਲ ਸਨ। ਉਹ ਹਮੇਸ਼ਾ ਇਹਨਾਂ ਨੂੰ ਨਾਲ ਲੈ ਕੇ ਚੱਲਦੇ ਰਹੇ। ਇਹਨਾਂ ਤੇ ਕਿਸੇ ਨੂੰ ਵੀ ਕਦੇ ਵੀ ਕਿਸੇ ਵੀ ਕਿਸਮ ਦਾ ਕੋਈ ਇਤਰਾਜ਼ ਜਾਂ ਇਹਨਾਂ ਤੇ ਪਾਬੰਦੀ ਦੀ ਗੱਲ ਨਹੀਂ ਹੋਈ। ਹੁਣ ਵੀ ਜੇ ਅਸੀਂ ਵਰਤਮਾਨ ਸਮਾਜ ਦੇ ਵਿੱਚ ਵੀ ਗੱਲ ਕਰੀਏ, ਅੱਜ ਵੀ ਰਾਸ਼ਟਰ ਦੀ ਬੱਚਤ ਲਈ ਜਾਂ ਰਾਸ਼ਟਰ ਦੀ ਰੱਖਿਆ ਲਈ ਹਰ ਜਿਹੜਾ ਸਰਕਾਰ ਹੈ ਉਹ ਆਪਣੀ ਇੱਕ ਫੌਜ ਤਿਆਰ ਕਰਦੀ ਹੈ। ਫੌਜ ਦੇ ਵਿੱਚ ਵੀ ਜਿਹੜੇ ਵੱਖ-ਵੱਖ ਧਾਰਮਿਕ ਸੰਸਥਾਵਾਂ ਨਾਲ ਸੰਬੰਧਿਤ ਬਟਾਲੀਅਨਾਂ ਬਣੀਆਂ ਹੋਈਆਂ, ਜਿਨ੍ਹਾਂ ਦੇ ਵਿੱਚੋਂ ਅਸੀਂ ਜੇ ਸਿੱਖ ਬਟਾਲੀਅਨਸ ਦੀ ਗੱਲ ਕਰੀਏ, ਉਹਨਾਂ ਦੇ ਵਿੱਚ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਤੇ ਉਸ ਦੇ ਨਾਲ ਹੀ ਉਹਨਾਂ ਦਾ ਝੰਡਾ ਹੁੰਦਾ ਹੈ। ਜਿੱਥੇ ਹਿੰਦੂ ਵੀਰਾਂ ਦੀ ਕੋਈ ਬਟਾਲੀਅਨ ਹੈ, ਉਹਨਾਂ ਦੇ ਵਿੱਚ ਉਹਨਾਂ ਦਾ ਨਿਸ਼ਾਨ ਹੁੰਦਾ ਹੈ। ਹਰ ਬਟਾਲੀਅਨ ਦਾ ਆਪਣਾ ਆਪਣਾ ਨਿਸ਼ਾਨ ਹੈ। ਇਸ ਕਰਕੇ ਜਦੋਂ ਕਿਸੇ ਬਟਾਲੀਅਨ ਦਾ ਆਪਣਾ ਨਿਸ਼ਾਨ ਲਗਾਇਆ ਜਾਂਦਾ ਹੈ, ਇਹਦਾ ਅਰਥ ਇਹ ਕਦਾਚਿਤ ਨਹੀਂ ਲੈਣਾ ਚਾਹੀਦਾ ਕਿ ਉਸ ਦੇ ਨਾਲ ਉਹ ਜਿਹੜਾ ਸਾਡਾ ਰਾਸ਼ਟਰੀ ਝੰਡਾ ਹੈ ਉਸ ਲਈ ਸਨਮਾਨ ਨਹੀਂ ਕਰ ਰਹੇ ਜਾਂ ਉਸ ਨੂੰ ਵਿਰੋਧ ਵਿੱਚ ਦੇਖ ਰਹੇ ਹਨ। ਇਸ ਲਈ ਇਸ ਗੱਲ ਨੂੰ ਜਾਣਨ ਤੇ ਸਮਝਣ ਦੀ ਲੋੜ ਹੈ ਕਿ ਅਸੀਂ ਬੇਮਤਲਬ ਦੀ ਤੂਲ ਦੇ ਕੇ ਸਿੱਖ ਭਾਈਚਾਰੇ ਵੱਲੋਂ ਅਤੇ ਹਿੰਦੂ ਭਾਈਚਾਰੇ ਵੱਲੋਂ ਇਹਨੂੰ ਇਸ ਕਿਸਮ ਨਾਲ ਵੰਡੀਆਂ ਦੇ ਵਿੱਚ ਪਾ ਕੇ ਨਾ ਦੇਖਿਆ ਜਾਵੇ ਕਿ ਜੋ ਝੰਡਾ ਲਾਊਗਾ ਉਹ ਸੈਕੂਲਰ ਹੈ, ਜੋ ਝੰਡਾ ਨਹੀਂ ਲਾਊਗਾ ਉਹ ਸੈਕੂਲਰ ਨਹੀਂ। ਇਸ ਕਰਕੇ ਇਹ ਇੱਕ ਸੌੜੀ ਰਾਜਨੀਤੀ, ਵੰਡੀਆਂ ਪਾਉਣ ਦੀ ਰਾਜਨੀਤੀ ਹੈ। ਇਸ ਦੇ ਨਾਲ ਕੁਝ ਵੀ ਹਾਸਲ ਹੋਣ ਵਾਲਾ ਨਹੀਂ ਹੈ। ਅਸੀਂ ਹੋਰ ਸਮੱਸਿਆਵਾਂ ਨਾਲ ਜੂਝ ਰਹੇ ਹਾਂ। ਸਾਡੀ ਅੱਜ ਦੀ ਸਾਰੀ ਡਿਬੇਟ ਕੌਣ ਰਾਸ਼ਟਰਵਾਦੀ ਹੈ, ਕੌਣ ਨਹੀਂ ਰਾਸ਼ਟਰਵਾਦੀ, ਇਸ ਤੇ ਫੋਕਸ ਕੀਤੀ ਗਈ ਹੈ, ਜਦੋਂ ਕਿ ਅਸੀਂ ਸਾਰੇ ਦੇਖ ਰਹੇ ਹਾਂ ਕਿ ਵਿਸ਼ਵ ਪੱਧਰ ਤੇ ਇਸ ਕਿਸਮ ਦੀ ਡਿਬੇਟ ਨਹੀਂ ਚੱਲ ਰਹੀ। ਵਿਸ਼ਵ ਪੱਧਰ ਤੇ ਆਰਥਿਕ ਵਿਕਾਸ ਦੀ ਰੇਸ ਚੱਲ ਰਹੀ ਹੈ। ਵਿਸ਼ਵ ਪੱਧਰ ਤੇ ਸਿਹਤ ਸੇਵਾਵਾਂ ਨੂੰ ਅੱਛਾ ਕਰਨ ਦੀ ਡਿਬੇਟ ਚੱਲ ਰਹੀ ਹੈ। ਵਿਸ਼ਵ ਪੱਧਰ ਤੇ ਆਉਣ ਵਾਲੇ ਸਮੇਂ ਵਿੱਚ ਜਦੋਂ ਫੂਡ ਸੰਕਟ ਸਾਡੇ ਦਰਵਾਜ਼ੇ ਤੇ ਖੜਾ ਹੈ, ਉਸ ਤੋਂ ਬਚਣ ਦੀ ਗੱਲ ਚੱਲ ਰਹੀ ਹੈ। ਜੇਕਰ ਅਸੀਂ ਅੱਜ ਉਹਨਾਂ ਸਾਰੀਆਂ ਵੱਡੀਆਂ ਸਮੱਸਿਆਵਾਂ ਨਾਲ ਜੂਝਣ ਲਈ ਤਿਆਰ ਬੈਠੇ ਹਾਂ ਤਾਂ ਫਿਰ ਕੀ ਕਾਰਨ ਹੈ ਕਿ ਅਸੀਂ ਛੋਟੇ ਮਸਲਿਆਂ ਨੂੰ ਵਾਰ-ਵਾਰ ਉਭਾਰ ਕੇ ਕੇਂਦਰ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ? ਕੀ ਜ਼ਰੂਰਤ ਹੈ ਕਿ ਹਿੰਦੁਸਤਾਨ ਤੇ ਕਿਸੇ ਬਾਹਰੀ ਤਾਕਤ ਵੱਲੋਂ ਅਟੈਕ ਕਰਨ ਦੀ ਸੰਭਾਵਨਾ ਬਣੀ ਹੈ? ਕਿਉਂਕਿ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਰਾਸ਼ਟਰੀ ਗੀਤ, ਰਾਸ਼ਟਰੀ ਤਿਰੰਗਾ ਜਾਂ ਇਸ ਕਿਸਮ ਦੀਆਂ ਲਹਿਰਾਂ ਜਾਂ ਇਸ ਕਿਸਮ ਦੇ ਉਤਸ਼ਾਹ ਵਧਾਊ ਰਾਸ਼ਟਰਵਾਦੀ ਮਸਲੇ ਉਦੋਂ ਉਠਾਏ ਜਾਂਦੇ ਹੈ ਜਦੋਂ ਰਾਸ਼ਟਰ ਨੂੰ ਬਾਹਰ ਤੋਂ ਕਿਸੇ ਪੱਖੋਂ ਕੋਈ ਨਾ ਕੋਈ ਖਤਰਾ ਹੋਵੇ। ਜਦੋਂ ਸਾਰੇ ਸੂਬੇ ਮੰਨ ਕੇ ਬੈਠੇ ਹਨ ਕਿ ਅਸੀਂ ਰਾਸ਼ਟਰਵਾਦੀ ਹਾਂ, ਰਾਸ਼ਟਰ ਦੇ ਨਾਲ ਹੈ ਤੇ ਰਾਸ਼ਟਰ ਦੀ ਵਿਕਾਸ ਦਰ ਦੇ ਵਿੱਚ ਹਿੱਸਾ ਪਾਉਣ ਲਈ ਤਿਆਰ ਹੈ, ਸਾਡਾ ਏਜੰਡਾ ਤਾਂ ਇਹ ਹੋਣਾ ਚਾਹੀਦਾ ਸੀ ਕਿ ਸਾਡੀ ਗਰੋਥ ਰੇਟ ਕਿੰਨੀ ਵਧੀ ਹੈ, ਸਾਡੇ
ਜਿਹੜੇ ਲੋਕ ਹੈ ਉਹਨਾਂ ਦਾ ਜੀਵਨ ਕਿੰਨਾ ਸੌਖਾ ਹੋਇਆ, ਅਸੀਂ ਇੰਪਲੋਇਮੈਂਟ ਕਿੰਨੀ ਬਣਾਈ ਹੋਈ ਹੈ, ਸਾਡੇ ਪਬਲਿਕ ਸੈਕਟਰ ਦੇ ਵਿੱਚ ਸਰਕਾਰਾਂ ਵੱਲੋਂ ਕਿੰਨਾ ਸਹਿਯੋਗ ਕੀਤਾ ਗਿਆ ਹੈ, ਆਉਣ ਵਾਲੇ ਸਮੇਂ 'ਚ ਹਿੰਦੁਸਤਾਨ ਦੇ ਵਿੱਚ ਕਿੰਨੇ ਨਵੇਂ ਕਾਰਖਾਨੇ ਲੱਗ ਰਹੇ ਹੈ, ਆਉਣ ਵਾਲੇ ਸਮੇਂ ਵਿੱਚ ਹਿੰਦੁਸਤਾਨੀਆਂ ਲਈ ਕਿੰਨੀਆਂ ਨੌਕਰੀਆਂ ਬਣਾਈਆਂ ਜਾ ਰਹੀਆਂ। ਤੇ ਸਾਡੀ ਡਿਬੇਟ ਕੀ ਹੋ ਰਹੀ ਹੈ? ਸਾਡੀ ਡਿਬੇਟ ਇਹ ਹੋ ਰਹੀ ਹੈ ਕਿ ਕੌਣ ਲੋਕਤੰਤਰ ਦੇ ਹੱਕ ਦੇ ਵਿੱਚ ਹੈ, ਕੌਣ ਲੋਕਤੰਤਰ ਦੇ ਵਿਰੋਧ ਦੇ ਵਿੱਚ ਹੈ। ਤੇ ਇਹ ਸਾਰਿਆਂ ਤੋਂ ਹਾਸੋਹੀਣੀ ਗੱਲ ਇਹ ਬਣੀ ਹੋਈ ਹੈ ਕਿ ਜਦੋਂ ਸਾਡੀਆਂ ਬਹੁਤ ਸਾਰੀਆਂ ਰਾਸ਼ਟਰੀ ਪੱਧਰ ਦੀਆਂ ਪਾਰਟੀਆਂ ਇਸ ਡਿਬੇਟ ਵਿੱਚ ਸ਼ਾਮਲ ਹੁੰਦੀਆਂ ਹੈ ਕਿ ਜਦੋਂ ਉਹਨਾਂ ਦੀ ਸਰਕਾਰ ਹੈ, ਜੋ ਕੁਝ ਉਹ ਪਾਰਟੀਆਂ ਕਰ ਰਹੀਆਂ ਉਹ ਸਾਰੇ ਦਾ ਸਾਰਾ ਰਾਸ਼ਟਰਵਾਦੀ ਹੁੰਦਾ ਹੈ। ਉਸ ਦੇ ਵਿੱਚ ਭਾਵੇਂ ਇੱਕ ਪਰਿਵਾਰ ਦੀ ਸਰਕਾਰ ਚੱਲੀ ਜਾਵੇ, ਇੱਕ ਪਰਿਵਾਰ ਦੇ ਨੇਤਾ ਹੀ ਸਾਰੀ ਉਮਰ ਚੱਲਦੇ ਆਉਣ, ਇੱਕ ਪਰਿਵਾਰ 10-5 ਪੀੜ੍ਹੀਆਂ ਤੋਂ ਉਹੀ ਰਾਜਨੀਤੀ ਦੇ ਕਾਬਜ ਰਹੇ, ਤਾਂ ਉਹ ਸਾਰੇ ਦਾ ਸਾਰਾ ਲੋਕਤੰਤਰਕ ਹੈ। ਜਦੋਂ ਦੂਸਰੀ ਧਿਰ ਆਉਂਦੀ ਹੈ ਤਾਂ ਉਹਨਾਂ ਨੂੰ ਸਾਰਾ ਕੁਝ ਗੈਰ ਲੋਕਤੰਤਰਿਕ ਲੱਗਦਾ ਹੈ। ਜਦੋਂ ਹਿੰਦੁਸਤਾਨ ਦੇ ਵਿੱਚ ਮਹਿੰਗਾਈ ਵੱਧ ਰਹੀ ਸੀ, ਉਦੋਂ ਆਮ ਤੌਰ ਤੇ ਇਹ ਕਿਹਾ ਜਾਂਦਾ ਸੀ ਕਿ ਵਿਦੇਸ਼ੀ ਕਾਰਨਾਂ ਕਰਕੇ ਸਾਡੀ ਜਿਹੜੀ ਮਹਿੰਗਾਈ ਹੈ ਉਹ ਵੱਧ ਰਹੀ ਹੈ। ਉਸ ਸਮੇਂ ਭਾਰਤੀ ਜਨਤਾ ਪਾਰਟੀ, ਉਸ ਸਮੇਂ ਦੀ ਹਕੂਮਤ ਵਿਚਲੀ ਪਾਰਟੀ ਕਾਂਗਰਸ ਦੇ ਵਿਰੁੱਧ ਪ੍ਰਦਰਸ਼ਨ ਕਰਦੀ ਸੀ। ਮੈਨੂੰ ਯਾਦ ਹੈ ਕਿ ਸਿਰਾਂ ਦੇ ਉੱਪਰ ਗੈਸ ਦੇ ਸਿਲੰਡਰ ਰੱਖ ਕੇ ਗਲਿਆਂ ਦੇ ਵਿੱਚ ਸਬਜ਼ੀਆਂ ਦੀ ਮਾਲਾ ਪਾ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਵੱਡੇ ਪੱਧਰ ਤੇ ਮੁਜ਼ਾਹਰੇ ਕੀਤੇ ਗਏ। ਅੱਜ ਬਿਲਕੁਲ ਉਸ ਦੇ ਉਲਟ ਦੇਸ਼ ਦੀ ਦੂਸਰੀ ਵਿਰੋਧੀ ਪਾਰਟੀ ਕਾਂਗਰਸ ਵੱਲੋਂ ਮਹਿੰਗਾਈ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹੈ ਕਿ ਸਿਲੰਡਰ ਦਾ ਰੇਟ, ਸਬਜ਼ੀਆਂ ਦਾ ਰੇਟ, ਲੋਕਾਂ ਦਾ ਜਿਉਣਾ ਮੁਸ਼ਕਲ ਹੋ ਰਿਹਾ ਹੈ, ਲੋਕਤੰਤਰ ਨੂੰ ਦਬਾਇਆ ਜਾ ਰਿਹਾ ਹੈ। ਜੇ ਦੋਨੇ ਪਾਰਟੀਆਂ ਇਸ ਗੱਲ ਬਾਰੇ ਚੇਤੰਨ ਹੈ ਕਿ ਲੋਕਤੰਤਰ ਨੂੰ ਜਿਉਂਦਾ ਰੱਖਣ ਵਾਸਤੇ ਕਿਹੜੇ ਮੁੱਦਿਆਂ ਤੇ ਧਿਆਨ ਦੇਣਾ ਚਾਹੀਦਾ ਹੈ, ਲੋਕਾਂ ਦੀਆਂ ਸਮੱਸਿਆਵਾਂ ਤੇ ਧਿਆਨ ਦੇਣਾ ਚਾਹੀਦਾ ਹੈ, ਤੰਤਰ ਭਾਵ ਸੰਸਥਾਵਾਂ ਤੇ ਧਿਆਨ ਦੇਣਾ ਚਾਹੀਦਾ ਹੈ, ਜੇ ਉਹ ਸਾਰੇ ਇਸ ਗੱਲ ਬਾਰੇ ਸੁਚੇਤ ਹੈ ਤਾਂ ਫਿਰ ਕੀ ਕਾਰਨ ਹੈ ਕਿ ਜਦੋਂ ਉਹ ਸਰਕਾਰ ਬਣੇ ਹੁੰਦੇ ਆ ਉਦੋਂ ਉਹਨਾਂ ਨੂੰ ਇਹ ਸਾਰੇ ਮਸਲੇ ਯਾਦ ਨਹੀਂ ਆਉਂਦੇ ਜਾਂ ਕਿਨਾਰੇ ਤੇ ਰੱਖ ਦਿੱਤੇ ਜਾਂਦੇ ਆ। ਜਦੋਂ ਉਹ ਵਿਰੋਧੀ ਧਿਰ ਦੇ ਵਿੱਚ ਚਲੇ ਜਾਂਦੇ ਆ ਤਾਂ ਉਦੋਂ ਇਹਨਾਂ ਸਾਰਿਆਂ ਮਸਲਿਆਂ ਨੂੰ ਉਭਾਰਨ ਦੀ ਕੋਸ਼ਿਸ਼ ਕਰਦੇ ਆ। ਲੋਕ ਇਸ ਗੱਲ ਵਿੱਚ ਬੜੀ ਉਲਝਣ ਵਿੱਚ ਪੈ ਜਾਂਦੇ ਆ ਕਿ ਉਹ ਕਿਸ ਦੇ ਨਾਲ ਖੜਨ। ਉਹ ਰਾਜਨੀਤਿਕ ਪਾਰਟੀਆਂ ਵੱਲੋਂ ਦਿਖਾਏ ਗਏ ਲੋਕਤੰਤਰ ਦੇ ਜਿਹੜੇ ਸ਼ਬਦੀ ਜਾਲ ਹੈ ਉਸ ਨੂੰ ਸੱਚ ਮੰਨਣ, ਜਾਂ ਉਹ ਜਿਹੜਾ ਸਹੀ ਰੂਪ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਹੈ, ਜਿਨ੍ਹਾਂ ਸਮੱਸਿਆਵਾਂ ਬਾਰੇ ਗੱਲ ਕੀਤੀ ਜਾ ਰਹੀ ਹੈ, ਉਸ ਬਾਰੇ ਗੱਲ ਕਰਨ। ਇਹ ਸਾਰੇ ਚੋਂ ਨਿਕਲਦਾ ਕੀ ਹੈ ਕਿ ਦੋਨੋਂ ਵੱਡੀਆਂ ਰਾਜਨੀਤਿਕ ਪਾਰਟੀਆਂ ਦੀ ਲੋਕਤੰਤਰ ਵਰਸਸ ਗੈਰ ਲੋਕਤੰਤਰ ਡਿਬੇਟ ਦੇ ਵਿੱਚ ਉਲਝ ਕੇ ਰਹਿ ਜਾਂਦੇ ਹੈ। ਇਹਦੇ ਨਾਲ ਜਿਹੜੇ ਮਾੜੇ ਮੋਟੇ ਮੁੱਦੇ ਫੋਰਫਰੰਟ ਤੇ ਆਉਣੇ ਹੁੰਦੇ ਆ, ਸੰਘਰਸ਼ ਕਰਨ ਲਈ ਲੋਕਾਂ ਦੀਆਂ ਗੱਲਾਂ ਜਿਹੜੀਆਂ ਉਹ ਬੈਕ ਬੈਂਚ ਤੇ ਚਲੀਆਂ ਜਾਂਦੀਆਂ। ਇਸ ਦੇ ਨਾਲ ਹੋਰ ਕੁਝ ਨਹੀਂ ਹੁੰਦਾ, ਮੁਲਕ ਜਾਂ ਲੋਕਾਂ ਦਾ ਫਾਇਦਾ ਨਹੀਂ ਹੁੰਦਾ, ਬਲਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹ ਇਸ ਕਿਸਮ ਦੀ ਡਿਬੇਟ ਦੇ ਵਿੱਚ ਜਨਤਾ ਨੂੰ ਉਲਝਾ ਕੇ ਵਧੀਆ ਤਰੀਕੇ ਨਾਲ ਰਾਜ ਕਰੀ ਜਾਂਦੀਆਂ, ਟਾਈਮ ਪਾਸ ਕਰੀ ਜਾਂਦੀਆਂ। ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਲੋਕਾਂ ਨੂੰ ਇਸ ਗੱਲ ਬਾਰੇ ਸੁਚੇਤ ਹੋਣਾ ਚਾਹੀਦਾ ਹੈ, ਇਹ ਸਵਾਲ ਕਰਨਾ ਚਾਹੀਦਾ ਹੈ, ਮੀਡੀਆ ਨੂੰ ਇਸ ਪਾਸੇ ਆਉਣਾ ਚਾਹੀਦਾ ਹੈ ਕਿ ਅੱਜ ਸਾਡਾ ਰਾਸ਼ਟਰਵਾਦੀ ਹੋਣਾ ਜਾਂ ਨਾ ਹੋਣਾ ਕੋਈ ਸਮੱਸਿਆ ਨਹੀਂ, ਕੋਈ ਐਸੀ ਤਾਕਤ ਨਹੀਂ ਜੋ ਦੇਸ਼ ਨੂੰ ਕਮਜ਼ੋਰ ਕਰ ਸਕੇ। ਦੇਸ਼ ਬਹੁਤ ਤਕੜਾਈ ਨਾਲ ਖੜਾ ਹੋਇਆ ਹੈ, ਬਹੁਤ ਮਜ਼ਬੂਤ ਹੈ, ਉਸ ਨੂੰ ਕਿਸੇ ਪਾਸਿਓਂ ਇਸ ਕਿਸਮ ਦਾ ਕੋਈ ਅਚਾਨਕ ਆਉਣ ਵਾਲਾ ਖਤਰਾ ਵੀ ਸਾਹਮਣੇ ਨਜ਼ਰ ਨਹੀਂ ਆ ਰਿਹਾ। ਤਾਂ ਇਸ ਸਮੇਂ ਸਾਨੂੰ ਮੁਲਕ ਦੀ ਤਰੱਕੀ ਬਾਰੇ, ਮੁਲਕ ਦੀ ਖੁਸ਼ਹਾਲੀ ਬਾਰੇ, ਲੋਕਾਂ ਦੀ ਖੁਸ਼ਹਾਲੀ ਬਾਰੇ ਜ਼ਿਆਦਾ ਗੱਲਬਾਤ ਕਰਨੀ ਚਾਹੀਦੀ ਹੈ। ਜਿੱਥੇ ਕਿਤੇ ਵੀ ਸਮੱਸਿਆਵਾਂ ਹੈ, ਜਿੱਥੇ ਕਿਤੇ ਵੀ ਲੋਕਾਂ ਦਾ ਸੰਘਰਸ਼ ਚੱਲ ਰਿਹਾ ਹੈ, ਉਹਨਾਂ ਦੀ ਲੋਕ ਚੇਤਨਾ ਦੀ ਆਵਾਜ਼ ਨੂੰ ਅੱਗੇ ਕਿਵੇਂ ਲਿਜਾਇਆ ਜਾਵੇ, ਇਸ ਨੂੰ ਡਿਬੇਟ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਬਲਕਿ ਜਿਹੜਾ ਇੱਕ ਫਾਲਸ ਪ੍ਰਾਪੇਗੰਡਾ ਹੈ ਉਸ ਦਾ ਸ਼ਿਕਾਰ ਹੋਣ ਤੋਂ ਬਚਣਾ ਚਾਹੀਦਾ ਹੈ। ਧੰਨਵਾਦ।